तू ही 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 वाहेगुरु तू ही तू ही वाहेगुरु तू ही 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 वाहेगुरु 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 वाहेगुरु। ਸੰਗਤ ਟੀਵੀ ਦੇ ਸਟੂਡੀਓ ਪੈਰਿਸ ਵਿੱਚੋਂ ਦਾਸ ਗੁਰਦਿਆਲ ਸਿੰਘ ਆਪ ਜੀ ਲਈ ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਔਰ ਇਸ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਅਸੀਂ ਆਪ ਜੀ ਦੇ ਨਾਲ ਜੋ ਵਿਚਾਰਾਂ ਕਰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ, ਉਸ ਦੀ ਇਲਾਹੀ ਬਾਣੀ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਵੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਾਂਗੇ। ਪਿਛਲੇ 2-3 ਵਾਰੀ ਦੇ ਵਿੱਚ ਜੋ ਜਪਜੀ ਸਾਹਿਬ ਦੇ ਅਖੀਰ ਵਿੱਚ ਸ਼ਲੋਕ ਪਵਣੋਂ ਗੁਰੂ ਪਾਣੀ ਪਿਤਾ ਦੀ ਗੱਲ ਕੀਤੀ ਗਈ ਹੈ ਔਰ ਮਾਤਾ ਧਰਤ ਮਹੱਤ ਦੇ ਉੱਤੇ ਵਿਚਾਰ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਉਹ ਵਿਚਾਰਾਂ ਕਿੱਦਾਂ ਦੀਆਂ ਲੱਗੀਆਂ, ਉਹਦੇ ਬਾਰੇ ਆਪ ਸੰਗਤ ਟੀਵੀ ਦੇ ਸਟੂਡੀਓ ਵਿੱਚ ਟੈਲੀਫੋਨ ਕਰਕੇ ਦੱਸ ਸਕਦੇ ਹੋ। ਜਿੱਥੇ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੱਲ ਕੀਤੀ ਆ, ਉਸ ਤੋਂ ਅੱਗੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਇਹ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਐਡੀ ਵੱਡੀ ਉਸਤਤ, ਇੱਕ ਐਡਾ ਵੱਡਾ ਖਲਾਰਾ, ਇੱਕ ਐਡਾ ਵੱਡਾ ਸਿਸਟਮ ਅਕਾਲ ਪੁਰਖ ਵਾਹਿਗੁਰੂ ਦਾ, ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜੀਵਨ ਦਿੱਤਾ ਹੈ। ਜਿਤਨੇ ਮਰਜ਼ੀ ਉਹਦੇ ਗੁਣ ਗਾਈ ਜਾਈਏ, ਜਿਤਨੀ ਮਰਜ਼ੀ ਉਹਦੇ ਬਾਰੇ ਖੋਜ ਕਰੀ ਜਾਈਏ, ਉਹਦਾ ਅੰਤ ਨਹੀਂ ਅਸੀਂ ਪਾ ਸਕਦੇ। ਅਸੀਂ ਨਿੱਕਾ ਜਿਹਾ ਕੰਮ ਕਰਨਾ ਹੁੰਦਾ ਹੈ, ਨਿੱਕੀ ਜਿਹੀ ਮੋਟਰ ਬਣਾਉਣੀ ਹੁੰਦੀ ਆ, ਨਿੱਕਾ ਜਿਹਾ ਕੁਛ ਤੁਰਨਾ ਫਿਰਨਾ ਚੱਲਣਾ ਹੁੰਦਾ, ਅਤੇ ਸਾਨੂੰ ਕਦੀ ਬਿਜਲੀ ਦੀ ਲੋੜ ਪੈਂਦੀ, ਕਦੀ ਬੈਟਰੀ ਦੀ ਲੋੜ ਪੈਂਦੀ, ਕਦੀ ਗੈਸ ਦੀ ਲੋੜ ਪੈਂਦੀ ਆ, ਕਦੀ ਪੈਟਰੋਲ ਦੀ, ਕਦੀ ਡੀਜ਼ਲ ਦੀ। ਹਰ ਕੰਮ ਕਰਨ ਲੱਗਿਆ ਸਾਨੂੰ ਇੱਕ ਐਸੀ ਐਨਰਜੀ, ਐਸੀ ਤਾਕਤ ਦੀ ਲੋੜ ਪੈਂਦੀ ਹੈ ਜਿਹਦੇ ਨਾਲ ਉਹ ਕੰਮ ਹੋ ਸਕੇ। ਛੋਟੀ ਛੋਟੀਆਂ ਮੋਟਰਾਂ, ਛੋਟੇ ਛੋਟੇ ਸੈੱਲ ਜਿਹੜੇ ਉਹ ਬਣਾਏ ਜਾਂਦੇ ਆ। ਪਰ ਅਕਾਲ ਪੁਰਖ ਵਾਹਿਗੁਰੂ ਦਾ ਸਿਸਟਮ ਅੱਜ ਤੱਕ ਤੁਸੀਂ ਸਾਰੇ ਅਸੀਂ ਜਾਣਦੇ ਹਾਂ, ਜਿਹੜੇ ਖਾਸ ਕਰਕੇ ਪੜ੍ਹੇ ਲਿਖੇ ਲੋਕ ਆ, ਜਿਹੜੇ ਰੱਬ 'ਤੇ ਵਿਸ਼ਵਾਸ ਵੀ ਨਹੀਂ ਕਰਦੇ, ਰੱਬ ਦੀ ਹੋਂਦ 'ਤੇ ਵਿਸ਼ਵਾਸ ਨਹੀਂ ਕਰਦੇ, ਮੈਂ ਉਹਨਾਂ ਨਾਲ ਵੀ ਵਿਚਾਰ ਕਰਨੀ ਚਾਹੁੰਦਾ ਕਿ ਸਾਰਿਆਂ ਨੂੰ ਪਤਾ ਹੈ ਸਾਨੂੰ ਕਿ ਜਿੰਨੇ ਵੀ ਇਸ ਧਰਤੀ ਦੇ, ਇਸ ਬ੍ਰਹਿਮੰਡ ਦੇ ਵਿੱਚ ਗ੍ਰਹਿ ਆ, ਸਾਰੇ ਦੇ ਸਾਰੇ ਹੀ ਘੁੰਮਦੇ ਆ, ਅਤੇ ਸਾਰੇ ਦੇ ਸਾਰੇ ਕੋਈ ਕਿਸੇ ਦੇ ਦੁਆਲੇ ਘੁੰਮਦਾ, ਕੋਈ ਕਿਸੇ ਦੇ ਦੁਆਲੇ ਘੁੰਮਦਾ, ਕੋਈ ਕਿਸੇ ਦੇ ਦੁਆਲੇ ਘੁੰਮਦਾ, ਕੋਈ ਚੰਦਰਮਾ ਦੇ ਦੁਆਲੇ ਘੁੰਮਦਾ, ਕੋਈ ਧਰਤੀ ਦੁਆਲੇ ਘੁੰਮਦਾ, ਕੋਈ ਸੂਰਜ ਦੁਆਲੇ ਘੁੰਮਦਾ। ਇਹ ਸਾਰੇ ਦੇ ਸਾਰੇ ਗ੍ਰਹਿ ਹਜੇ ਤੱਕ ਤਾਂ ਅਸੀਂ ਇਹ ਜਿਹੜੀ ਸਾਇੰਸ ਆ ਉਹ ਤੁਹਾਡੀ ਗਿਣ ਨਹੀਂ ਸਕੀ, ਦੱਸ ਨਹੀਂ ਸਕੀ ਕਿ ਕਿੰਨੇ ਗ੍ਰਹਿ ਆ ਅਤੇ ਕਦੋਂ ਦੇ ਬਣੇ ਆ ਅਤੇ ਕਿਸ ਨੇ ਬਣਾਏ ਅਤੇ ਕਿੱਥੇ ਬਣਾਏ, ਕਿਹੜੀ ਫੈਕਟਰੀ 'ਚ ਬਣਦੇ ਆ। ਪਰ ਹੈਰਾਨੀ ਦੀ ਗੱਲ ਆ, ਇਹ ਸਾਰੇ ਦੇ ਸਾਰੇ ਗ੍ਰਹਿ ਸਦੀਆਂ ਤੋਂ ਘੁੰਮ ਰਹੇ ਆ, ਇਹਨਾਂ ਦਾ ਤੇਲ ਖਤਮ ਨਹੀਂ ਹੋਇਆ, ਇਹਨਾਂ ਦੀਆਂ ਗਰਾਰੀਆਂ ਨਹੀਂ ਘਸੀਆਂ, ਇਹਨਾਂ ਦੇ ਬੈਰਿੰਗ ਜਿਹੜੇ ਆ ਉਹਨਾਂ ਦੀ ਗਰੀਸ ਨਹੀਂ ਮੁੱਕੀ।
ਇਹਨਾਂ ਦਾ ਧੁਰਾ ਜਿਹੜਾ ਆ ਉਹਦੇ ਵਿੱਚ ਕੋਈ ਫਰਕ ਨਹੀਂ ਆਇਆ, ਧੁਰਾ ਖਤਮ ਨਹੀਂ ਹੋਇਆ, ਧੁਰੇ 'ਤੇ ਝਰੀਟਾਂ ਨਹੀਂ ਪਈਆਂ। ਸਾਡੀ ਹਰ ਚੀਜ਼ ਜਿਹੜੀ ਬਣਾਈ ਆ ਉਹਦੀ ਕੋਈ ਲਿਮਿਟ ਆ, ਕੋਈ 5 ਸਾਲ 2 ਸਾਲ 4 ਸਾਲ 10 ਸਾਲ। ਪਰ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਸਿਸਟਮ ਬਣਾਇਆ, ਇਹ ਜਿਹੜੀ ਧਰਤੀਆਂ ਬਣਾਈਆਂ, ਜਿਹੜੇ ਗ੍ਰਹਿ ਬਣਾਏ ਆ, ਸਾਰੇ ਦੇ ਸਾਰੇ ਘੁੰਮਦੇ ਆ, ਤੇ ਉਹਦੇ ਵਿੱਚ ਹਜੇ ਤੱਕ ਕੋਈ ਫਰਕ ਨਹੀਂ ਆਇਆ। ਉਹਨਾਂ ਨੂੰ ਕਿਹੜਾ ਪੈਟਰੋਲ ਚਲਾਉਂਦਾ ਹੈ ਤੇ ਕਿਹੜਾ ਉਹਨੂੰ ਪੈਟਰੋਲ ਪਾਉਂਦਾ ਹੈ, ਤੇ ਕਿਹੜੇ ਕੋਲੇ ਦੇ ਨਾਲ ਉਹ ਚੱਲਦੀ ਹੈ, ਕਿਹੜੀਆਂ ਗੈਸਾਂ ਉਹਨੂੰ ਚਲਾਉਂਦੀਆਂ, ਕਿਸੇ ਸਾਇੰਸਦਾਨ ਨੂੰ ਉਹਦੇ ਸਟਾਕ ਦਾ ਪਤਾ ਨਹੀਂ ਲੱਗਾ, ਉਹ ਇੰਜਣ ਦਾ ਪਤਾ ਨਹੀਂ ਲੱਗਾ ਕਿੱਥੋਂ ਚੱਲਦੀ ਹੈ, ਉਹ ਧੁਰਾ ਕਿੱਥੇ ਆ ਕਿਸੇ ਨੂੰ ਪਤਾ ਲੱਗਾ ਨਹੀਂ। ਪਰ ਉਹ ਸਾਰਾ ਕੁਝ ਘੁੰਮ ਰਿਹਾ। ਉਹ ਵੀਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਕਤੀ ਤੋਂ ਮੁਨਕਰ ਹਨ, ਉਹਦੀ ਸ਼ਕਤੀ ਨੂੰ ਨਹੀਂ ਮੰਨਦੇ, ਅਗਰ ਉਹਨਾਂ ਕੋਲ ਕੋਈ ਜਵਾਬ ਹੈ ਤਾਂ ਜ਼ਰੂਰ ਟੈਲੀਫੋਨ ਕਰਕੇ ਦੱਸਣ। ਪਰਦਾਸ ਲਿਹਾਰੇ ਜਾਂਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ, ਜਿਹਨੇ ਸਾਰਾ ਦਾ ਸਾਰਾ ਸਿਸਟਮ ਬਣਾ ਕੇ ਸਾਨੂੰ ਮਨੁੱਖਾਂ ਨੂੰ ਦਿੱਤਾ। 84 ਲੱਖ ਜੂਨ ਪੈਦਾ ਕੀਤੀ ਇਸ ਬ੍ਰਹਿਮੰਡ ਦੇ ਵਿੱਚ, ਔਰ ਸਾਰੀ ਦੀ ਸਾਰੀ 84 ਲੱਖ ਜੂਨ ਦਾ ਕਮਾਂਡ ਜਿਹੜੀ ਆ ਉਹ ਸਾਡੇ ਹੱਥ ਵਿੱਚ ਫੜਾਤੀ, ਮਨੁੱਖ ਦੇ ਹੱਥ ਵਿੱਚ ਫੜਾਤੀ। ਜੇ ਆਪਾਂ ਦੂਸਰੇ ਤਰੀਕੇ ਨਾਲ ਕਹਿ ਲਈਏ ਕਿ ਜੋ ਅਸੀਂ ਦੇਖਣ ਵਿੱਚ ਆਉਂਦਾ, ਬਣਾਉਣ ਵਾਲਾ ਭਾਵੇਂ ਸਾਰੀ ਸ੍ਰਿਸ਼ਟੀ ਨੂੰ, ਸਾਰੀ ਮਨੁੱਖਤਾ ਨੂੰ ਅਕਾਲ ਪੁਰਖ ਵਾਹਿਗੁਰੂ ਆ, ਪਰ ਉਹਦੀ ਕਮਾਂਡ ਸਾਡੇ ਹੱਥ ਵਿੱਚ ਫੜਾਤੀ ਉਸ ਅਕਾਲ ਪੁਰਖ ਵਾਹਿਗੁਰੂ ਨੇ, ਤੇ ਅਸੀਂ ਐਡੇ ਕਿਰਤਘਨ ਬਣ ਗਏ, ਉਹਦੀ ਹੋਣ ਤੋਂ ਹੀ ਮੁੱਕਰੀ ਜਾਂਦੇ ਹਾਂ। ਜਿਹਨੇ ਸਾਰਾ ਕੁਝ ਬਣਾ ਕੇ ਉਹਦੀ ਕਮਾਂਡ ਸਾਨੂੰ ਫੜਾਤੀ। ਅਸੀਂ 4 ਕਿਤਾਬਾਂ ਪੜ੍ਹ ਕੇ ਆਪਣੇ ਆਪ ਨੂੰ ਇੰਜੀਨੀਅਰ ਤੇ ਡਾਕਟਰ ਤੇ ਬੜਾ ਸਾਇੰਸਦਾਨ ਸਮਝ ਕੇ ਅਸੀਂ ਉਹਦੀ ਹੋਂਦ ਨੂੰ ਹੀ ਭੁੱਲਣਾ ਸ਼ੁਰੂ ਕਰਤਾ। ਪਰ ਮੈਂ ਬਲਿਹਾਰ ਜਾਂਦਾ ਹਾਂ ਉਹਨਾਂ ਭਗਤਾਂ ਦੇ ਜਿਨ੍ਹਾਂ ਨੇ ਭਗਤੀ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ, ਤੇ ਉਹਦੀ ਜਿਹੜੀ ਹੋਂਦ ਸੀ, ਜਿਹੜਾ ਉਹਦਾ ਸਾਰਾ ਸਿਸਟਮ ਸੀ, ਉਹਨੂੰ ਸਾਰੇ ਨੂੰ ਜਾਣਿਆ ਵੀ, ਉਹਦਾ ਆਨੰਦ ਵੀ ਮਾਣਿਆ, ਤੇ ਸਾਨੂੰ ਸਾਰਿਆਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਕਿੱਡਾ ਮਹਾਨ ਹੈ, ਤੇ ਉਹਦੀਆਂ ਦਾਤਾਂ ਜਿਹੜੀਆਂ ਕਿੱਥੇ ਕਿੱਥੇ ਤੱਕ ਹਨ। ਸੈਲ ਪੱਥਰ ਮੇਂ ਜੰਤ ਪਾਏ, ਤਾਂ ਕਾ ਰਿਜ਼ਕ ਆਗੇ ਕਰ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਅਕਾਲ ਪੁਰਖ ਵਾਹਿਗੁਰੂ ਨੇ ਉਹ ਜੀਵ ਜਿਹੜਾ ਪੱਥਰ ਦੇ ਵਿੱਚ ਹੈ, ਉਹਦਾ ਵੀ ਖਾਣਾ ਉਹਦੇ ਕੋਲ ਰੱਖਿਆ। ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ ਦੇ ਉੱਤੇ ਜੋ ਵੀ ਚੀਜ਼ ਪੈਦਾ ਕੀਤਾ, ਉਹਦਾ ਖਾਣਾ ਉਹਦੇ ਜਨਮ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਤਿਆਰ ਕਰਕੇ ਦਿੱਤਾ। ਪਰ ਫਿਰ ਸਾਡੇ ਸਾਇੰਸਦਾਨ ਜਿਹੜੇ ਆ ਉਹ ਤੋਂ ਮੁੱਕਣ ਹੋਈ ਜਾਂਦੇ ਆ, ਤੇ ਜਿਨ੍ਹਾਂ ਨੂੰ ਮਾੜੀ ਮੋਟੀ ਸੋਝੀ ਹੈ ਵੀ, ਉਹ ਵੀ ਮਤਲਬ ਵਾਸਤੇ ਜ਼ਰੂਰ ਕਦੀ ਵਾਹਿਗੁਰੂ ਦਾ ਸਿਮਰਨ ਕਰ ਲੈਂਦੇ ਹੋਣਗੇ, ਕਦੀ ਗੁਰਦੁਆਰੇ ਜਾ ਕੇ, ਮੰਦਰ ਜਾ ਕੇ, ਮਸੀਤ ਜਾ ਕੇ, ਚਰਚ ਵਿੱਚ ਜਾ ਕੇ ਥੋੜ੍ਹਾ ਬਹੁਤਾ ਕਰ ਦਿੰਦੇ ਹੋਣਗੇ। ਪਰ ਉਹਦੀ ਹੋਂਦ ਨੂੰ ਉੱਥੇ ਤੱਕ ਸਮਝ ਲੈਣਾ ਜਿੱਥੇ ਤੱਕ ਕਿ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਜਿਨ੍ਹਾਂ ਦੀ ਬਾਣੀ ਅਕਾਲ ਪੁਰਖ ਵਾਹਿਗੁਰੂ ਦੇ ਕਹੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸ਼ਬਦ ਰੂਪ ਦੇ ਵਿੱਚ। ਧੰਨ ਹਨ ਉਹ ਭਗਤ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦ ਹੋ ਗਏ, ਉਹਨੂੰ ਮਿਲ ਗਏ, ਤੇ ਅਕਾਲ ਪੁਰਖ ਵੀ ਉਸ ਤੋਂ ਕਿਤਨਾ ਧੰਨ ਹੈ ਕਿ ਅਕਾਲ ਪੁਰਖ ਨੇ ਆ ਕੇ ਆਪਣੇ ਭਗਤਾਂ ਦੇ ਸਾਰੇ ਕਾਰਜ, ਜਿੱਥੇ ਵੀ ਮੇਰੇ ਕਿਸੇ ਭਗਤ ਦਾ ਕਾਰਜ ਜਿਹੜਾ ਉਹਦੇ ਦਾ ਰੁਕਿਆ, ਅਕਾਲ ਪੁਰਖ ਵਾਹਿਗੁਰੂ ਨੇ ਆਪ ਇਨਸਾਨ ਜਾਮੇ ਦੇ ਵਿੱਚ ਆ ਕੇ ਵੀ ਉਹਦੇ ਜਿਹੜੇ ਕਾਰਜ ਆ ਉਹ ਕੀਤੇ। ਐਡਾ ਮਹਾਨ ਅਕਾਲ ਪੁਰਖ ਵਾਹਿਗੁਰੂ ਭਗਤਾਂ ਨੇ ਕਿਹੜੇ ਤਰੀਕੇ ਨਾਲ ਬਸ ਕੀਤਾ। ਧੰਨ ਹੈ ਉਹ ਮਹਾਨ ਜਿੱਥੇ ਕਿਰਤਕਣਾਂ ਦੀ ਵੀ ਕੋਈ ਇਸ ਧਰਤੀ ਦੇ ਉੱਤੇ ਕਮੀ ਨਹੀਂ। ਉਹ ਭਾਰ ਬਣ ਕੇ ਬੈਠੇ ਹਨ, ਪਰ ਨਾਲ ਦੀ ਨਾਲ ਧੰਨ ਹਨ ਉਹ ਭਗਤ ਤੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਇਸ ਧਰਤੀ ਦੇ ਵਿੱਚ ਆ ਕੇ ਬੋਝ ਨਹੀਂ ਬਣੇ, ਇਸ ਧਰਤੀ ਵਿੱਚ ਆ ਕੇ ਇਸ ਧਰਤੀ ਦਾ ਭਾਰ ਜਿਹੜਾ ਆ ਉਹਨੂੰ ਸੰਭਾਲਿਆ
ਬਹੁਤ ਸਾਰੇ ਜੀਵਾਂ ਦਾ ਪਾਰ ਉਤਾਰਾ ਕੀਤਾ ਤੇ ਆਪਣੇ ਜਨਮ ਵੀ ਸਫਲ ਕੀਤੇ। ਤੇ ਸਾਡੇ ਜਨਮ ਸਫਲ ਕਰਨ ਵਾਸਤੇ ਸਾਨੂੰ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਅਕਾਲ ਪੁਰਖ ਨਾਲ ਗੱਲਾਂ ਕਰਕੇ ਤੇ ਉਹ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਸਾਰਿਆਂ ਦੇ ਵਿਚਾਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਕਰਕੇ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਦਿੱਤੇ। ਪਰ ਅਸੀਂ ਫਿਰ ਉਸ ਤੋਂ ਦੂਰ ਜਾ ਰਹੇ ਹਾਂ, ਉਸ ਤੋਂ ਵਾਂਝੇ ਜਾ ਰਹੇ ਹਾਂ। ਅਕਾਲ ਪੁਰਖ ਵਾਹਿਗੁਰੂ ਜਿੱਦਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਸਾਡੀ ਨਿਗਾਹ ਦੇ ਸਾਹਮਣੇ ਰਹਿਣ, ਸਾਡੀਆਂ ਅੱਖਾਂ ਦੇ ਸਾਹਮਣੇ ਰਹਿਣ, ਅਸੀਂ ਦੇਖਭਾਲ ਕਰੀਏ। ਖਾਸ ਕਰ ਛੋਟੇ ਬੱਚੇ ਜਿਹੜੇ ਹੁੰਦੇ ਆ, ਜਿਹੜੇ ਬੇਸਮਝ ਹੁੰਦੇ, ਜਿਨ੍ਹਾਂ ਨੂੰ ਪੂਰੀ ਸਮਝ ਨਹੀਂ ਹੁੰਦੀ, ਹਰ ਮਾਂ ਪਿਓ ਚਾਹੁੰਦਾ ਕਿ ਮੇਰਾ ਬੱਚਾ ਜਿਹੜਾ ਹੈ ਮੇਰੀ ਅੱਖ ਦੇ ਸਾਹਮਣੇ ਰਹੇ, ਮੇਰੇ ਘਰ ਦੇ ਵਿੱਚ ਰਹੇ, ਮੈਂ ਉਹਨੂੰ ਦੇਖ ਸਰਾਂ, ਉਹਨੂੰ ਕਿਤੇ ਸੱਟ ਨਾ ਲੱਗੇ, ਉਹਨੂੰ ਕਿਤੇ ਤੱਤੀ ਚੀਜ਼ ਨਾ ਲੱਗੇ, ਜਾਂ ਉਹਨੂੰ ਹੋਰ ਕੋਈ ਗੱਲ ਨਾ ਹੋ ਜਾਵੇ। ਹਰ ਮਾਤਾ ਪਿਤਾ ਜਿੱਦਾਂ ਅਸੀਂ ਚਾਹੁੰਦੇ ਹਾਂ। ਅਕਾਲ ਪੁਰਖ ਜਿਹੜਾ ਆ ਉਹ ਸਾਡਾ, ਜਿੱਥੇ ਉਹ ਅਕਾਲ ਪੁਰਖ ਹੈ ਉੱਥੇ ਸਾਡੀ ਮਾਤਾ ਪਿਤਾ ਵੀ ਉਹ ਹੈ। ਅਕਾਲ ਪੁਰਖ ਵੀ ਸਾਡਾ ਮਾਤਾ ਪਿਤਾ ਹੈ। ਇੱਕ ਜੀਵਨ ਦੇਣ ਵਾਲੀ ਮਾਂ ਹੈ ਤੇ ਸਾਰੇ ਦੇ ਸਾਰੇ ਜੀਵਾਂ ਨੂੰ ਦੇਣ ਵਾਲਾ, ਸਾਰੇ ਦੇ ਸਾਰੇ ਜੀਵਾਂ ਨੂੰ ਜਨਮ ਦੇਣ ਵਾਲਾ, ਸਾਰੇ ਦੇ ਸਾਰੇ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਵੀ ਇੱਕ ਹੈ। ਇੱਥੇ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰ ਫਿਰ ਇਸ ਸ਼ਬਦ ਨੂੰ ਆਪਾਂ ਦੁਹਰਾ ਲਈਏ, ਜਿੱਥੇ ਸਾਨੂੰ ਜਨਮ ਦੇਣ ਵਾਲੀ, ਮੈਨੂੰ ਜਨਮ ਦੇਣ ਵਾਲੀ ਜਾਂ ਆਪ ਜੀ ਨੂੰ ਜਨਮ ਦੇਣ ਵਾਲੀ ਕੋਈ ਮਾਂ ਹੈ, ਕੋਈ ਪਿਤਾ ਹੈ। ਹਰ ਜੀਵ ਨੂੰ ਜਨਮ ਦੇਣ ਵਾਲਾ ਕੋਈ ਮਾਂ ਹੈ, ਕੋਈ ਪਿਤਾ ਹੈ। ਦੁਨੀਆ ਦੇ ਵਿੱਚ 84 ਲੱਖ ਜੀਵਾਂ ਹੈ, ਉਹਨਾਂ 84 ਲੱਖ ਜੀਵਾਂ ਨੂੰ ਜਨਮ ਦੇਣ ਵਾਲਾ ਕੋਈ ਮਾਤਾ ਪਿਤਾ ਹੈ। ਉਹਦਾ ਅਕਾਲ ਪੁਰਖ ਵਾਹਿਗੁਰੂ ਦਾ ਸਿਸਟਮ ਹੈ। ਪਰ ਇਹਨਾਂ ਸਾਰੇ ਜੀਵਾਂ ਨੂੰ, ਬ੍ਰਹਿਮੰਡ ਦੇ ਉੱਤੇ ਜਿੰਨੇ ਵੀ ਜੀਵ ਆ, ਉਹਨਾਂ ਜੀਵਾਂ ਨੂੰ ਵਿਚਾਰਿਆਂ ਨੂੰ ਜਨਮ ਦੇਣ ਵਾਲਾ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਆ, ਜਿਹੜੇ ਸਾਡੀ ਮਾਂ ਵੀ ਆ ਤੇ ਸਾਡਾ ਪਿਓ ਵੀ ਆ। ਉਹ ਅਕਾਲ ਪੁਰਖ ਵਾਹਿਗੁਰੂ ਮਾਂ ਦਾ ਕਰਮ ਵੀ ਕਰਦਾ, ਪਿਤਾ ਦਾ ਕਰਮ ਵੀ ਕਰਦਾ। ਇਸੇ ਕਰਕੇ ਤਾਂ ਗੁਰੂ ਨਾਨਕ ਦੇਵ ਜੀ ਨੇ, ਜਿਹੜੀ ਆਪਾਂ ਪਹਿਲੋਂ ਵਿਚਾਰ ਕਰਕੇ ਹਟੇ ਹਾਂ, ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੀ ਗੱਲ ਆਪਾਂ ਕੀਤੀ ਸੀ। ਇਹ ਸਾਰੀ ਅਕਾਲ ਪੁਰਖ ਵਾਹਿਗੁਰੂ ਦੇ ਸਿਸਟਮ ਦੇ ਵਿੱਚ ਹੀ ਆ। ਅਕਾਲ ਪੁਰਖ ਨੇ ਹੀ ਪਾਣੀ ਨੂੰ ਬਣਾਇਆ, ਅਕਾਲ ਪੁਰਖ ਨੇ ਹੀ ਹਵਾ ਨੂੰ ਬਣਾਇਆ, ਅਕਾਲ ਪੁਰਖ ਨੇ ਹੀ ਧਰਤੀ ਨੂੰ ਬਣਾਇਆ। ਨਾ ਧਰਤੀ ਉਹ ਤੋਂ ਬਾਹਰ ਆ, ਨਾ ਅਕਾਲ ਪੁਰਖ ਉਹ ਤੋਂ ਬਾਹਰ ਆ। ਅਸੀਂ ਅਕਿਰਤ ਕਣ ਹੋ ਸਕਦੇ ਹਾਂ, ਪਰ ਇਹ ਧਰਤੀ ਅਕਿਰਤ ਕਣ ਨਹੀਂ। ਜਿਸ ਦਿਨ ਇਹ ਧਰਤੀ ਕਿਰਤ ਕਣ ਹੋ ਗਈ, ਉੱਧਰੋਂ ਗਰਕ ਜਾਵੇਗੀ। ਨਾ ਇਹ ਪਾਣੀ ਕਿਰਤ ਕਣ ਹੈ, ਨਾ ਇਹ ਹਵਾ ਕਿਰਤ ਕਣ ਹੈ, ਪਰ ਅਸੀਂ ਉਹਨੂੰ ਵਰਤਣ ਵਾਲੇ ਜਿਹੜੇ ਆ ਕਿਰਤ ਕਣ ਹੋ ਜਾਂਦੇ ਆ। ਇਹ ਸਾਰਾ ਸਿਸਟਮ ਪਸਾਰਾ ਅਕਾਲ ਪੁਰਖ ਨੇ ਬਣਾਇਆ, ਤੇ ਅਕਾਲ ਪੁਰਖ ਹੀ ਸਾਡਾ ਮਾਤਾ ਪਿਤਾ। ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਂ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਥਾਵਾਂ 'ਤੇ ਸਾਡੀ ਰੱਖਿਆ ਵੀ ਕਰਦਾ, ਸਾਡੀ ਦੇਖਭਾਲ ਵੀ ਕਰਦਾ, ਜਿੱਦਾਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਇੱਕ ਮਾਤਾ ਪਿਤਾ ਇਹ ਆ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਸਾਡੇ ਅੱਗੇ ਪਿੱਛੇ ਤੁਰੇ ਫਿਰਦੇ ਆ। ਇੱਕ ਮਾਤਾ ਪਿਤਾ ਅਕਾਲ ਪੁਰਖ ਹੈ, ਜਿਹੜਾ ਸਾਡਾ ਸਾਰਿਆਂ ਦਾ ਮਾਤਾ ਪਿਤਾ। ਹੁਣ ਆਪਾਂ ਉਦੋਂ ਅਗਲੀ ਗੱਲ ਕਰਨੀ ਸੀ, ਮਾਤਾ ਧਰਤ ਮਹੱਤ ਤੋਂ ਗਾਂ ਦਿਵਸ ਰਾਤ ਦੋ ਦਾਈ ਦਇਆ। ਦਾਈ ਦਇਆ ਭਾਵ ਜਿੱਦਾਂ ਸਾਡੇ ਵਿੱਚ ਸਾਡੀ ਦਾਦੀ ਆ, ਜਾਂ ਸਾਡਾ ਦਾਦਾ ਆ, ਜਾਂ ਸਾਡੀ ਨਾਨੀ ਆ, ਜਾਂ ਸਾਡਾ ਨਾਨਾ ਆ, ਸਾਡਾ ਬਾਬਾ ਆ। ਇਸ ਤਰੀਕੇ ਨਾਲ ਅਕਾਲ ਪੁਰਖ ਨੇ ਆਪਣੀ ਖੇਡ ਦੇ ਵਿੱਚ ਇਹ ਦਿਨ ਰਾਤ ਬਣਾਤੇ, ਤੇ ਉਹ ਦਿਨ ਰਾਤ ਦੇ ਵਿੱਚ ਜਿੰਨੇ ਧਰਤੀ ਦੇ ਜੀਵ ਆ, ਉਹ ਸਾਰੇ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿੱਚ ਖੇਡ ਰਹੇ। ਉਹ ਸਾਡਾ ਪਿਤਾ ਆ। ਧਰਤੀ ਦੇ ਉੱਤੇ ਜਿੰਨੇ ਜੀਵ ਆ, ਜਿਨ੍ਹਾਂ ਦੀ ਉਹ ਪਰਵਰਿਸ਼ ਕਰ ਰਿਹਾ, ਹਵਾ ਪਾਣੀ ਤੇ ਧਰਤੀ ਦੇ ਨਾਲ, ਉਹ ਸਾਰੇ ਦੇ ਸਾਰੇ ਖੇਡ ਰਹੇ ਆ, ਆਪਣੀ ਖੇਡ ਖੇਡ ਰਹੇ ਆ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸੋਹਣਾ ਆਖਿਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ
ਜਗਤ ਤਮਾਸ਼ਾ, ਖੇਡ ਹੋ ਰਿਹਾ, ਤਮਾਸ਼ਾ ਹੋ ਰਿਹਾ। ਅਕਾਲ ਪੁਰਖ ਵਾਹਿਗੁਰੂ ਇਸ ਨੂੰ ਸਾਨੂੰ ਰਾਤ ਤੇ ਦਿਨ ਬਣਾ ਕੇ ਉਹਦੇ ਵਿੱਚ ਜੋ ਕੁਛ ਵਾਪਰਿਆ, ਕਦੇ ਅਸੀਂ ਸੌ ਜਾਂਦੇ ਹਾਂ, ਕਦੇ ਅਸੀਂ ਤੜਕੇ ਉੱਠ ਕੇ ਸਿਮਰਨ ਕਰਦੇ ਹਾਂ, ਕਦੀ ਤੜਕੇ ਉੱਠ ਕੇ ਦੌੜ ਜਾਂਦੇ ਹਾਂ, ਅਸੀਂ ਸਾਰੀ ਦਿਹਾੜੀ ਕੰਮ ਕਰਦੇ ਹਾਂ, ਫਿਰ ਅਸੀਂ ਆ ਕੇ ਰਾਤ ਪੈ ਜਾਂਦੀ ਹੈ, ਫਿਰ ਅਸੀਂ ਸੌ ਜਾਂਦੇ ਹਾਂ। ਜਾਨਵਰ ਆਉਂਦੇ ਆ, ਕਿੰਨੇ ਮੀਲਾਂ ਚੜ ਕੇ ਉੱਥੇ ਸੌ ਜਾਂਦੇ ਆ, ਅਸੀਂ ਤੜਕੇ ਉੱਠ ਕੇ ਫਿਰ ਆਪਣੇ ਦਿਨ ਰਾਤ ਦਾ ਸਿਸਟਮ ਜਿੱਥੇ ਵੀ ਧਰਤੀ ਹੈਗੀ, ਜਿਹੜੇ ਵੀ ਸਿਸਟਮ ਦੇ ਵਿੱਚ ਹੈਗੀ ਆ, ਕਿਤੇ ਰਾਤ ਛੋਟੀ, ਕਿਤੇ ਦਿਨ ਛੋਟਾ, ਕਿਤੇ ਗਰਮੀਆਂ, ਕਿਤੇ ਸਰਦੀਆਂ, ਕਿਤੇ ਬਰਫ਼ ਪੈ ਰਹੀ ਹੈ, ਕਿਤੇ ਧੁੱਪ ਪੈ ਰਹੀ ਹੈ। ਇਹ ਸਾਰਾ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਇੱਕ ਸਿਸਟਮ ਬਣਾਇਆ, ਅਤੇ ਉਸ ਸਿਸਟਮ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਬੱਝੇ ਹਾਂ। ਪਰ ਉਹ ਸਿਸਟਮ ਸਾਰੇ ਨੂੰ ਉਹ ਚਲਾ ਰਿਹਾ ਅਕਾਲ ਪੁਰਖ ਵਾਹਿਗੁਰੂ। ਜਿੱਦਾਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਆ ਕਿ ਅਸੀਂ ਇਹ ਨਹੀਂ ਦੇਖ ਸਕੇ ਹਜੇ ਤੱਕ, ਸਮਝ ਸਕੇ ਉਹਦੀਆਂ ਮੋਟਰਾਂ ਕਿੱਥੇ ਫਿੱਟ ਕੀਤੀਆਂ ਅਤੇ ਕਿਹੜੀ ਮਟੀਰੀਅਲ ਨਾਲ ਚੱਲਦਾ, ਉਹ ਬਿਜਲੀ ਕਿੱਥੋਂ ਆਉਂਦੀ ਜਿਹਦੇ ਨਾਲ ਸਾਰੇ ਦਾ ਸਾਰਾ ਸਿਸਟਮ ਚੱਲਦਾ। ਉਹ ਸਾਇੰਸਦਾਨਾਂ ਦਾ ਕੰਮ ਹੈ, ਉਹ ਲੱਭਦੇ ਫਿਰਨ। ਸਾਨੂੰ ਤਾਂ ਆਪਣੇ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਆ। ਜੀਵ ਜੇਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਾਬਤ ਮਹਿੰਗੇ। ਉਹ ਅਕਾਲ ਪੁਰਖ ਐਡਾ ਸਮਰੱਥ ਆ, ਉਹ ਮਿੰਟਾਂ ਸੈਕਿੰਟਾਂ ਦੇ ਵਿੱਚ ਜੋ ਚਾਹਵੇ ਉਹ ਕਰ ਸਕਦਾ। ਕੀਤਾ ਪਸਾਓ ਇੱਕ ਕੁਆਓ, ਜਿਸ ਦੇ ਹੋਏ ਲੱਖ ਦਰਿਆਓ। ਸਾਨੂੰ ਉਸ 'ਤੇ ਭਰੋਸਾ ਹੈ। ਪਰ ਜਿਹੜੇ ਮੇਰੇ ਵੀਰ ਜਾਂ ਭੈਣਾਂ ਉਸ 'ਤੇ ਚਾਹੇ ਗੁਰੂ ਸਾਹਿਬ ਦੇ ਸ਼ਬਦ 'ਤੇ ਭਰੋਸਾ ਨਹੀਂ ਕਰਦੇ, ਉਹ ਖੋਜਣ, ਆਪਣੇ ਜੀਵਨ ਵਿੱਚ ਖੋਜਣ, ਜੇ ਉਹਨਾਂ ਨੂੰ ਕੋਈ ਹੋਰ ਦੂਸਰਾ ਲੱਭਦਾ ਤਾਂ। ਪਰ ਇੱਕ ਗੁਰਸਿੱਖ ਨੂੰ ਜੇ ਆਪਣੇ ਗੁਰੂ 'ਤੇ ਭਰੋਸਾ ਹੈ ਤਾਂ ਉਹਨੂੰ ਅਕਾਲ ਪੁਰਖ 'ਤੇ ਹੀ ਭਰੋਸਾ ਹੈ, ਅਤੇ ਜਿਹਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ, ਉਹ ਅਕਾਲ ਪੁਰਖ 'ਤੇ ਭਰੋਸਾ ਨਹੀਂ ਕਰ ਸਕਦਾ। ਗੁਰੂ 'ਤੇ ਭਰੋਸਾ ਹੋਣਾ ਸਭ ਤੋਂ ਪਹਿਲੀ ਗੱਲ ਹੈ। ਗੁਰੂ ਬਿਨਾਂ ਗਤੀ ਨਹੀਂ ਹੋ ਸਕਦੀ, ਅਤੇ ਗੁਰੂ 'ਤੇ ਭਰੋਸਾ, ਅਤੇ ਗੁਰੂ ਜਿਹੜਾ ਆ ਉਹ ਹੋਵੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਖੁਦ ਜੁੜਿਆ ਹੋਵੇ। ਅਤੇ ਜਿਹੜਾ ਖੁਦ ਅਕਾਲ ਪੁਰਖ ਵਾਹਿਗੁਰੂ ਨਾਲ ਨਹੀਂ ਜੁੜਿਆ, ਇਸ ਧਰਤੀ ਦੇ ਉੱਤੇ ਉਹਦੀ ਬੋਝ ਬਣਿਆ, ਆਪਣੇ ਆਪ ਨੂੰ ਗੁਰੂ ਕਹਾ ਰਿਹਾ ਅਤੇ ਆਪਣੇ ਚੇਲੇ ਬਣਾ ਕੇ ਆਪਣੀ ਪੂਜਾ ਕਰਾ ਰਿਹਾ, ਉਹਨੇ ਵੀ ਮਰਨਾ, ਅਤੇ ਜਿਹੜੇ ਉਹਦੇ ਨਾਲ ਤੁਰੇ ਫਿਰਦੇ ਆ ਉਹਨਾਂ ਨੇ ਵੀ ਮਰਨਾ, ਉਹਨਾਂ ਨੇ ਵੀ ਡੁੱਬਣਾ। ਕੋਈ ਸਹਾਈ ਨਹੀਂ ਹੋ ਸਕਦਾ। ਅਤੇ ਅਕਾਲ ਪੁਰਖ ਵਾਹਿਗੁਰੂ 'ਤੇ ਜਿਹੜੇ ਭਰੋਸਾ ਰੱਖਣਗੇ, ਪੂਰਨ ਤੌਰ 'ਤੇ ਭਰੋਸਾ ਰੱਖਣਗੇ, ਫਿਰ ਉਹਨਾਂ ਨੂੰ ਅੱਗ ਵੀ ਨਹੀਂ ਸਾੜਦੀ, ਕੋਈ ਵੀ ਦੁਨੀਆ ਦੀ ਤਾਕਤ ਉਹਨਾਂ ਨੂੰ ਮਾਰ ਨਹੀਂ ਸਕਦੀ, ਕੋਈ ਦੁਨੀਆ ਦੀ ਤਾਕਤ ਉਹਨਾਂ ਨੂੰ ਦੁੱਖ ਨਹੀਂ ਪਹੁੰਚਾ ਸਕਦੀ। ਬਾਕੀ ਦਾ ਸਰੀਰਕ ਤੌਰ 'ਤੇ ਜੰਮਣਾ ਮਰਨਾ ਇਹ ਸਾਨੂੰ ਲੱਗਦਾ ਆ, ਪਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਜਾਂਦੇ ਆ, ਉਹਨਾਂ ਲਈ ਇਹ ਸਰੀਰ ਦਾ ਆਉਣਾ ਜਾਣਾ ਜੀਵਨ ਮਰਨ ਨਹੀਂ ਹੁੰਦਾ। ਉਹ ਆਤਮ ਤੌਰ 'ਤੇ ਆਉਂਦੇ ਆ, ਅਤੇ ਆਤਮ ਤੌਰ 'ਤੇ ਇੰਨੇ ਬਲਵਾਨ ਹੁੰਦੇ ਆ ਕਿ ਉਹ ਸਰੀਰ ਛੱਡ ਕੇ ਚੱਲ ਜਾਣ, ਉਦੋਂ ਬਾਅਦ ਵੀ ਜੀਂਦੇ ਰਹਿੰਦੇ ਆ। ਇਹ ਜਿੰਨੇ ਸਾਧੂ ਸੰਤ ਮਹਾਤਮਾ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹ ਕਦੀ ਮਰਨ ਵਾਲੇ ਨਹੀਂ ਗੇ, ਕਦੀ ਨਹੀਂ ਮਰਨ ਵਾਲੇ। ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ, ਪਰ ਉਹਨਾਂ ਦੇ ਬੋਲ ਜਿਹੜੇ ਆ, ਉਹਨਾਂ ਦੀ ਆਤਮਾ ਜਿਹੜੀ ਆ, ਉਹਨੂੰ ਅਸੀਂ ਅੱਜ ਵੀ ਮਹਿਸੂਸ ਕਰਦੇ ਹਾਂ। ਅੱਜ ਵੀ ਅਸੀਂ ਉਸ ਆਤਮਾ ਨਾਲ ਗੱਲਾਂ ਕਰ ਸਕਦੇ ਹਾਂ। ਅੱਜ ਵੀ ਅਸੀਂ ਆਪਣੇ ਗੁਰੂ ਦੇ ਥਰੂ ਅਕਾਲ ਪੁਰਖ ਵਾਹਿਗੁਰੂ ਨਾਲ ਗੱਲਾਂ ਕਰ ਸਕਦੇ ਹਾਂ, ਕਿਉਂਕਿ ਉਹ ਬਾਣੀ ਜਿਹੜੀ ਆ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਆਈ ਆ। ਜਦੋਂ ਕਿਸੇ ਭਾਖੜਾ ਡੈਮ ਤੋਂ ਇੱਕ ਟਰਾਂਸਫਾਰਮਰ ਜਿੱਥੇ ਲੱਗਾ, ਜਿੱਥੇ ਬਿਜਲੀ ਆਉਂਦੀ ਆ, ਉੱਥੇ ਤੱਕ ਬਿਜਲੀ ਆਈ ਹੋਵੇ, ਤਾਂ ਉਦੋਂ ਕਹਾਂ ਜਿੰਨੀਆਂ ਤਾਰਾਂ ਖਿੱਚੋਗੇ ਉਹਦੇ ਕੋਲ ਉਹਨਾਂ ਬਿਜਲੀ ਆ ਜਾਊਗੀ, ਉਹਨਾਂ ਤੁਹਾਡੀਆਂ ਲਾਈਟਾਂ ਜਗ ਪੈਣਗੀਆਂ। ਅਤੇ ਜੇ ਪਿੱਛੋਂ ਬਿਜਲੀ ਹੀ ਨਹੀਂ ਆ ਰਹੀ, ਪਿੱਛੋਂ ਭਾਖੜਾ ਡੈਮ ਤੋਂ ਤਾਰਾਂ ਹੀ ਕੱਟੀਆਂ ਆ, ਅਤੇ ਟਰਾਂਸਫਾਰਮਰ ਨਾਲ ਜਿੰਨੀਆਂ ਮਰਜ਼ੀ ਤਾਰਾਂ ਜੁੜ ਜਾਓ, ਬਿਜਲੀ ਨਹੀਂ ਜੀ ਲੱਭਦੀ। ਅਤੇ ਜਿੰਨੇ ਬਾਬੇ ਅੱਜ ਤੁਰੇ ਫਿਰਦੇ ਆ, ਇਹਨਾਂ ਦੀਆਂ ਤਾਰਾਂ ਅਕਾਲ ਪੁਰਖ ਵਾਹਿਗੁਰੂ ਨਾਲ ਨਹੀਂ ਜੁੜੀਆਂ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤਾਂ ਉਹਨਾਂ ਨੂੰ ਪਿਆਰ ਕਰਦਾ ਜਿਹੜੇ ਇਹ ਕਹਿੰਦੇ ਆ ਮੇਰਾ ਮੁਝ ਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਅਤੇ ਅੱਜ ਦੇ ਬਾਬੇ ਤਾਂ ਇਹ ਕਹਿੰਦੇ ਜੋ ਕੁਛ ਹੈ ਮੈਂ ਹੀ ਹਾਂ, ਬਾਕੀ ਇਸ ਦੁਨੀਆ 'ਤੇ ਕੁਛ ਨਹੀਂ। ਅਤੇ ਉਹਨਾਂ ਜਿਹੜਾ ਬਾਬਾ ਜਾਂ ਡੇਰੇ ਵਾਲਾ ਇਹ ਕਹਿੰਦਾ ਆ ਵੀ ਮੈਂ ਹੀ ਮੈਂ ਹਾਂ, ਮੈਂ ਬਾਬਾ ਹਾਂ, ਮੈਂ ਗੁਰੂ ਹਾਂ, ਸਮਝ ਲਓ ਕੁਛ ਨਹੀਂ। ਮੇਰੇ ਭੋਲੇ ਭਾਲੇ ਵੀਰੋ ਅਤੇ ਭੈਣੋ, ਨਿਮਰਤਾ ਸਹਿਤ ਬੇਨਤੀ ਆ, ਇਹ ਜੀਵਨ ਪਤਾ ਨਹੀਂ ਮੁੜ ਕੇ ਮਿਲੇ ਜਾਂ ਨਾ ਮਿਲੇ, ਜਾਂ ਕਦੋਂ ਨੂੰ ਮਿਲੇ, ਕੋਈ ਬੰਦਾ ਨਹੀਂ ਦੱਸ ਸਕਦਾ। ਇਸ ਚੀਜ਼ ਦਾ ਕੋਈ ਭਰੋਸਾ ਨਹੀਂ, ਕੱਲ੍ਹ ਨੂੰ ਸਾਹ ਆਵੇ ਜਾਂ ਨਾ ਆਵੇ। ਪਰ ਇਹ ਪਤਾ ਆ ਵੀ ਜੇ ਹੁਣ ਸਾਨੂੰ ਪਤਾ ਲੱਗ ਗਿਆ
ਤੇ ਇਹ ਜਿਹੜੇ ਪਖੰਡੀ ਸਾਧ ਆ, ਬਾਬੇ ਆ, ਡੇਰਿਆਂ ਵਾਲੇ ਆ, ਇਹਨਾਂ ਦਾ ਪਿੱਛਾ ਛੱਡ ਦਿਓ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਆ ਜਾਓ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ। ਆ ਕੇ ਸਭ ਕੁਛ ਅਰਪਣ ਕਰ ਦਿਓ ਸੱਚੇ ਪਿਤਾ, ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਜਦੋਂ ਤੁਸੀਂ ਇਹ ਆ ਕੇ ਕਹਿਤਾ ਤੇ ਨਿਮਾਣਿਆਂ ਦੇ ਮਾਣ ਹੋ ਜਾਂਦਾ, ਨਿਤਾਣੇ ਦੇ ਤਾਣ। ਤੁਸੀਂ ਬੜੀ ਵਾਰੀ ਦੇਖਿਆ, ਸੋਚਿਆ, ਅਰਦਾਸਾਂ ਕੀਤੀਆਂ, ਕਿਤੇ ਅਰਦਾਸ ਵਿੱਚ ਇਹ ਨਹੀਂ ਆਇਆ ਕਿ ਕਿਸੇ ਹੰਕਾਰੀ ਨੂੰ, ਕਿਸੇ ਹਉਮੈ ਦੇ ਭਰੇ ਨੂੰ, ਕਿਸੇ ਵਡਿਆਈ ਵਾਲੇ ਨੂੰ ਅਕਾਲ ਪੁਰਖ ਵਾਹਿਗੁਰੂ ਮਿਲਿਆ ਹੋਵੇ। ਤੇ ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਮਿਲਿਆ ਤਾਂ ਉਹ ਸਿਰਫ ਤੇ ਸਿਰਫ ਨਿਮਾਣੇ ਨੂੰ, ਗਰੀਬ ਨੂੰ, ਲਤਾੜੇ ਹੋਏ ਨੂੰ, ਜਿਹਦਾ ਕੋਈ ਨਹੀਂ ਸੀ, ਉਹਨੂੰ ਆ ਕੇ ਮਿਲਿਆ। ਤੇ ਮਿਲਿਆ ਉਦੋਂ ਜਦੋਂ ਉਹਨੇ ਇਹ ਕਿਹਾ, ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਮੇਰਾ ਇਸ ਧਰਤੀ ਤੇ ਕੋਈ ਨਹੀਂ, ਮੈਨੂੰ ਇਸ ਦੁਨੀਆ ਤੇ ਕੋਈ ਨਹੀਂ ਜਾਣਦਾ। ਕਿਰਪਾ ਕਰ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਮੈਨੂੰ ਬਖਸ਼ ਲੈ। ਹਮ ਔਗਣ ਭਰੇ ਏਕ ਗੁਣ ਨਾਹੀਂ, ਸਾਡੇ ਵਿੱਚ ਕੋਈ ਗੁਣ ਨਹੀਂ ਗਾ, ਔਗਣਾ ਨਾ ਭਰੇ। ਪਰ ਅਫਸੋਸ ਹੈ, ਅਸੀਂ ਤਾਂ ਸਾਰੇ ਆਪਣੇ ਗੁਣ ਹੀ ਦੱਸਦੇ ਹਾਂ, ਜਿਹੜੇ ਔਗਣਿਆ ਕੋਸ਼ਿਸ਼ ਕਰਦੇ ਹਾਂ ਉਹਨਾਂ ਨੂੰ ਲੁਕਾਉਣ ਦੀ, ਆਪਣੇ ਪੈਸੇ ਨਾਲ, ਆਪਣੀ ਚੌਧਰਾਂ ਨਾਲ, ਆਪਣੀ ਡਿਗਰੀਆਂ ਦੇ ਨਾਲ ਆਪਣੇ ਔਗਣਾਂ ਨੂੰ ਲੁਕਾਉਣ ਦੀ। ਬੜਾ ਦੁੱਖ ਲੱਗਦਾ। ਐਸੇ ਕਈ ਕਰੋੜਾਂ ਪਤੀਆਂ ਦੇ ਪਰਿਵਾਰਾਂ ਵਿੱਚ ਜਾ ਕੇ ਮੈਂ ਦੇਖਿਆ, ਕਈ ਵਾਰੀ ਵਿਚਰਿਆ, ਜਿੰਨਾ ਬੁਰਾ ਹਾਲ ਆ। ਮੈਂ ਤਾਂ ਅਰਦਾਸ ਕਰਦਾ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ, ਆਪਣੇ ਚਰਨਾਂ ਦੇ ਨਾਲ ਜੋੜੀ ਰੱਖੀ, ਭਾਵੇਂ ਕਿਸੇ ਝੁੱਗੀ 'ਚ ਰੱਖੀ, ਚਾਹੇ ਕਿਸੇ ਕਮਰੇ 'ਚ ਰੱਖੀ, ਜਾਂ ਝੁੱਗੀ ਤੋਂ ਵੀ ਬਗੈਰ ਰੱਖੀ, ਪਰ ਆਪਣੇ ਚਰਨਾਂ ਨਾਲ ਜੋੜੀ ਰੱਖੀ। ਜੇ ਅਸੀਂ ਸਾਰੇ ਜਾਣੇ ਉਹਦੇ ਚਰਨਾਂ ਦੇ ਨਾਲ ਜੁੜੇ ਰਹਾਂਗੇ ਤੇ ਹਰ ਸਮੇਂ ਉਹ ਸਾਡੀ ਬਾਂਹ ਫੜ ਲਊਗਾ। ਅਸੀਂ ਇਸ ਜੀਵਨ ਦਾ ਜਿਹੜਾ ਮਕਸਦ ਆ ਉਹ ਸਮਝ ਜਾਵਾਂਗੇ। ਅਕਾਲ ਪੁਰਖ ਵਾਹਿਗੁਰੂ ਸਾਨੂੰ ਖੜਾ ਵੀ ਰਿਹਾ ਤੇ ਸਾਨੂੰ, ਜਿੱਦਾਂ ਅਸੀਂ ਆਪਣੇ ਮਾਤਾ ਪਿਤਾ ਬਣ ਕੇ ਆਪਣੇ ਬੱਚਿਆਂ ਨੂੰ ਖੜਾ ਰਹੇ ਹਾਂ, ਤੇ ਨਾਲ ਹੀ ਇਹ ਵੀ ਦੇਖ ਰਹੇ ਹਾਂ ਉਹਨੂੰ ਕਿਤੇ ਸੱਟ ਚੋਟ ਨਾ ਲੱਗੇ। ਜਿੱਥੇ ਉਹਨੂੰ ਕੋਈ ਪ੍ਰੋਬਲਮ ਵਾਲੀ ਗੱਲ ਹੁੰਦੀ ਆ, ਅਸੀਂ ਫੱਟ ਦੌੜ ਕੇ ਜਾਂਦੇ ਹਾਂ, ਉੱਥੇ ਉਸ ਬੱਚੇ ਦੀ ਮਦਦ ਕਰਦੇ ਹਾਂ, ਕਿਉਂਕਿ ਉਹ ਸਾਡਾ ਬੱਚਾ ਹੈ। ਅਸੀਂ ਸਾਡਾ ਸਾਹਮਣਾ ਉਹਨੂੰ ਫਰਜ਼ ਬਣਦਾ, ਉਹਦੇ ਦੁੱਖ ਸੁੱਖ ਵਿੱਚ ਉਹਦੇ ਸਹਾਈ ਹੋਣਾ ਸਾਡਾ ਫਰਜ਼ ਬਣਦਾ, ਕਿਉਂਕਿ ਬੱਚੇ ਨੂੰ ਨਹੀਂ ਪਤਾ। ਇਸੇ ਤਰੀਕੇ ਨਾਲ ਇਹ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਦਿਨ ਤੇ ਰਾਤ ਦਾਈ ਦਾਇਆ ਦੇ ਰੂਪ ਵਿੱਚ ਅਕਾਲ ਪੁਰਖ ਵਾਹਿਗੁਰੂ ਵੀ ਸਾਨੂੰ ਦੇਖਦਾ, ਉਹ ਸਾਨੂੰ ਖੜਾ ਰਿਹਾ। ਪਰ ਜੇ ਅਸੀਂ ਉਸ ਗੱਲ ਨੂੰ ਮੰਨੀਏ ਤਾਂ, ਤੇ ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਨਾ ਮੰਨੀਏ, ਉਹਦੀ ਹੋਂਦ ਨਾ ਮੰਨੀਏ, ਮੁਨਕਰ ਹੋ ਜਾਈਏ, ਫਿਰ ਸਾਡੇ ਲਈ ਬਹੁਤ ਔਖਾ। ਪਰ ਫਿਰ ਵੀ ਕਿੱਡਾ ਮਹਾਨ ਆ ਅਕਾਲ ਪੁਰਖ ਵਾਹਿਗੁਰੂ। ਜਿੱਦਾਂ ਬਚਪਨ ਵਿੱਚ ਛੋਟੇ ਬੱਚੇ ਨੂੰ ਮਾਂ ਪਿਓ ਉਹਦੀਆਂ ਸਾਰੀਆਂ ਗਲਤੀਆਂ ਮਾਫ਼ ਕਰ ਦਿੰਦਾ, ਕਿਉਂਕਿ ਇਹ ਕਹਿੰਦਾ ਕਿ ਇਹਨੂੰ ਸੋਝੀ ਨਹੀਂ, ਇਹਨੂੰ ਪਤਾ ਨਹੀਂ, ਇਸ ਕਰਕੇ ਇਹਨੇ ਆਹ ਗਲਤੀ ਕੀਤੀ। ਇਸੇ ਤਰੀਕੇ ਨਾਲ ਜਦੋਂ ਅਸੀਂ ਬੇਸਮਝ ਹੁੰਦੇ ਹਾਂ, ਛੋਟੇ ਹੁੰਦੇ ਹਾਂ, ਸਾਨੂੰ ਉਹ ਸੋਝੀ ਨਹੀਂ ਹੁੰਦੀ, ਉਦੋਂ ਅਕਾਲ ਪੁਰਖ ਵਾਹਿਗੁਰੂ ਵੀ ਸਾਡੀਆਂ ਬਹੁਤ ਸਾਰੀਆਂ ਗੱਲਾਂ, ਗਲਤੀਆਂ ਮਾਫ਼ ਕਰਨ ਦਾ, ਭੁੱਲਾਂ ਨੂੰ ਮਾਫ਼ ਕਰਨ ਦਾ, ਸਾਡੀ ਮਾਫ਼ੀ ਮੰਗਣ ਤੋਂ ਬਗੈਰ ਵੀ ਸਾਨੂੰ ਮਾਫ਼ ਕਰਨ ਦਾ, ਕਿਉਂਕਿ ਬੇਅੰਤ ਆ। ਪਰ ਜਦੋਂ ਅਸੀਂ ਆਪਣੇ ਆਪ ਨੂੰ ਸੂਝਵਾਨ ਵੀ ਕਹਾਉਂਦੇ ਹਾਂ, ਪੜ੍ਹੇ ਲਿਖੇ ਵੀ ਕਹਾਉਂਦੇ ਹਾਂ, ਇੱਜ਼ਤਾਂ ਵਾਲੇ ਵੀ ਕਹਾਉਂਦੇ ਹਾਂ, ਡਿਗਰੀਆਂ ਵਾਲੇ ਕਹਾਉਂਦੇ ਹਾਂ, ਅਤੇ ਫਿਰ ਵੀ ਅਸੀਂ ਗਲਤੀਆਂ ਕਰਦੇ ਹਾਂ। ਅਤੇ ਫਿਰ ਜਿੱਦਾਂ ਦੁਨਿਆਵੀ ਤੌਰ 'ਤੇ ਇਹ ਮਾਂ ਪਿਓ ਵੀ ਜਿਹੜੇ ਆ, ਉਹ ਵੀ ਕਈ ਵਾਰੀ ਮਾਂ ਸਤੀ ਹੋਈ ਕਹਿ ਦਿੰਦੀ ਆ, ਇਹਦੇ ਨਾਲ ਚੰਗਾ ਤਾਂ ਇਹ ਹੀ ਆ ਤੂੰ ਮੇਰੇ ਘਰ ਨਾ ਜੰਮਦਾ, ਚਾਹੇ ਉਹ ਲੜਕੀ ਹੋਵੇ ਜਾਂ ਲੜਕਾ ਹੋਵੇ, ਕਿਉਂਕਿ ਅਸੀਂ ਉਹ ਮਾਂ ਪਿਓ ਨੂੰ ਇੰਨਾ ਸਤਾ ਦਿੱਤਾ, ਇੰਨਾ ਦੁਖੀ ਕਰਤਾ ਕਿ ਉਹ ਮਾਂ ਪਿਓ ਨੂੰ ਉਹ ਗੱਲ ਕਹਿਣੀ ਪੈ ਗਈ ਜਿਹੜੀ ਉਹਨੇ ਨਹੀਂ ਸੀ ਕਹਿਣੀ। ਇਸੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਵੀ ਜਦੋਂ ਉਹਦੀਆਂ ਅਸੀਂ ਦਾਤਾਂ ਦਿੱਤੀਆਂ ਤੋਂ ਮੁਨਕਰ ਹੋ ਜਾਂਦੇ ਆ, ਉਹਦਾ ਕੋਈ ਸਨਮਾਨ ਨਹੀਂ ਕਰਦੇ, ਅਕਿਰਤਕਣ ਬਣ ਜਾਂਦੇ ਆ। ਅਤੇ ਕਿਰਤਕਣ ਦਾ ਜਿਹੜਾ ਭਾਰ ਹੈ ਉਹ ਧਰਤੀ ਕਹਿੰਦੇ ਨਹੀਂ ਚੱਲਦੀ। ਜੇ ਧਰਤੀ ਨੂੰ ਪੁੱਛਿਆ ਜਾਵੇ ਵੀ ਤੈਨੂੰ ਕਾਹਦਾ ਭਾਰ ਲੱਗਦਾ, ਸਮੁੰਦਰਾਂ ਦਾ, ਪਹਾੜਾਂ ਦਾ, ਜਾਂ ਬਨਸਪਤੀ ਦਾ, ਕਿਹੜੀ ਚੀਜ਼ ਦਾ ਤੈਨੂੰ ਸਭ ਤੋਂ ਜ਼ਿਆਦਾ ਭਾਰ ਲੱਗਦਾ, ਅਤੇ ਕਦੀ ਵੀ ਧਰਤੀ ਨੇ ਇਹ ਮਹਿਸੂਸ ਨਹੀਂ ਕੀਤਾ
ਕਿ ਮੈਨੂੰ ਕਿਸੇ ਚੀਜ਼ ਦਾ ਭਾਰ ਲੱਗਦਾ ਆ, ਪਰ ਉਸ ਨੇ ਹਮੇਸ਼ਾ ਜਦ ਵੀ ਕਿਹਾ, ਉਹਨੇ ਮੈਨੂੰ ਅਕਿਰਤਕਣ ਜਿਹੜੇ ਆ ਉਹਨਾਂ ਦਾ ਭਾਰ ਲੱਗਦਾ। ਤੇ ਜਦੋਂ ਅਸੀਂ ਕਿਰਤਕਣ ਬਣ ਜਾਂਦੇ ਆ, ਉਹ ਨਾ ਉਦੋਂ ਇੱਥੇ ਦੀ ਮਾਂ ਪਿਓ ਜਿਹੜੇ ਆ ਉਹਨੂੰ ਸਾਨੂੰ ਸਾਂਭਦੇ ਆ, ਤੇ ਨਾ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਬਾਂਹ ਫੜਨੀ ਆ, ਕਿਉਂਕਿ ਅਸੀਂ ਉਹਦੀ ਬਾਂਹ ਫੜਨ ਵਾਲਾ ਜਾਂ ਫੜਾਉਣ ਵਾਲਾ ਕੰਮ ਹੀ ਕੋਈ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ। ਤੇ ਕੰਮ ਹੀ ਸਾਰੇ ਉਹ ਤੋਂ ਦੂਰ ਜਾਣ ਵਾਲੇ ਕੀਤੇ ਆ, ਉਹਦੇ ਨਾਲ ਟੁੱਟਣ ਵਾਲੇ ਕੀਤੇ ਆ, ਤੇ ਸਾਡੀ ਦੇਖਭਾਲ ਕੌਣ ਕਰੂਗਾ? ਸੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਹਵਾ ਦਿੱਤੀ ਆ ਗੁਰੂ ਦੇ ਰੂਪ ਵਿੱਚ, ਪਾਣੀ ਦਿੱਤਾ ਆ ਪਿਤਾ ਦੇ ਰੂਪ ਵਿੱਚ, ਧਰਤੀ ਦਿੱਤੀ ਆ ਮਾਂ ਦੇ ਰੂਪ ਵਿੱਚ, ਤੇ ਦਿਵਸ ਰਾਤ ਦੋ ਦਾਈ ਦਇਆ ਖੇਲੇ ਸਗਲ ਜਗਤ। ਦਾਈ ਤੇ ਦਾਏ ਦੇ ਰੂਪ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਸਾਨੂੰ ਇਸ ਦੁਨੀਆ ਦੇ ਮਾਂ ਪਿਓ ਵਾਂਗੂ ਖੇਡ ਰਿਹਾ, ਖਿਡਾ ਰਿਹਾ, ਸਾਡੀ ਦੇਖਭਾਲ ਕਰ ਰਿਹਾ। ਪਰ ਇਹ ਦੇਖਭਾਲ ਖੇਡ ਉਨੀ ਦੇਰ ਚੱਲੂਗੀ ਜਿੰਨੀ ਦੇਰ ਅਸੀਂ ਉਹਦੇ ਸ਼ੁਕਰਾਨੇ ਵਿੱਚ ਰਹਾਂਗੇ, ਅਸੀਂ ਭੋਲੇ ਤੇ ਬੱਚੇ ਬਣ ਕੇ ਰਵਾਂਗੇ। ਇਸ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ। ਜਿੱਦਣ ਅਸੀਂ ਵੱਡੇ ਹੋ ਗਏ, ਜਿੱਦਣ ਅਸੀਂ ਆਪਣੇ ਥੋੜ੍ਹੀ ਜਿਹੀ ਸੂਝ ਰੱਖਣ ਵਾਲੇ ਬਣ ਗਏ ਜਾਂ ਸੂਝਵਾਨ ਹੋ ਗਏ, ਜਿੱਦਣ ਅਸੀਂ ਆਪਣੀ ਡਾਕਟਰੀ ਤੇ ਇੰਜੀਨੀਅਰਿੰਗ ਤੇ ਵਕਾਲਤ ਤੇ ਮਾਣ ਕਰਨਾ ਸ਼ੁਰੂ ਕਰਤਾ, ਤੇ ਉਦੋਂ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕੁਛ ਨਹੀਂ ਜੇ ਕਹਿਣਾ, ਉਦੋਂ ਸਾਨੂੰ ਆਪ ਅਕਾਲ ਪੁਰਖ ਵਾਹਿਗੁਰੂ ਕੋਲ ਆਉਣਾ ਪੈਣਾ। ਜੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਇਹ ਕਹਾਂਗੇ ਮੈਂ ਅੱਜ ਡਾਕਟਰ ਹਾਂ ਉਹਦੀ ਕਿਰਪਾ ਨਾਲ, ਮੈਂ ਅੱਜ ਇੰਜੀਨੀਅਰ ਹਾਂ ਉਹਦੀ ਕਿਰਪਾ ਨਾਲ, ਮੈਂ ਅੱਜ ਸਾਇੰਸਦਾਨ ਹਾਂ ਉਹਦੀ ਕਿਰਪਾ ਨਾਲ, ਤਾਂ ਉਹ ਸਾਡੇ ਉੱਤੇ ਆਪਣਾ ਹੱਥ ਬਣਾਈ ਰੱਖੂਗਾ। ਪਰ ਜੇ ਉਹ ਤੋਂ ਸਾਡੇ ਵਿੱਚ ਕਿਸੇ ਕਿਸਮ ਦੀ ਹੋਮੇ ਆ ਗਈ, ਚਾਹੇ ਉਹ ਪੈਸੇ ਦੀ ਆ ਜਾਵੇ, ਚਾਹੇ ਉਹ ਕਿਸੇ ਡਿਗਰੀ ਦੀ ਆ ਜਾਵੇ, ਚਾਹੇ ਉਹ ਕਿਸੇ ਪਦਵੀ ਦੀ ਆ ਜਾਵੇ, ਤੇ ਸਮਝ ਲਓ ਬੇੜਾ ਡੁੱਬਿਆ ਡੁੱਬਿਆ। ਤੇ ਜੇ ਅਸੀਂ ਜੁੜੇ ਰਹਾਂਗੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ, ਤੇ ਉਹ ਇੱਥੇ ਵੀ ਸਾਡੀ ਮਦਦ ਕਰੂਗਾ, ਤੇ ਅਕਾਲ ਪੁਰਖ ਵਾਹਿਗੁਰੂ ਉੱਥੇ ਵੀ ਸਾਡੀ ਮਦਦ ਕਰੂਗਾ। ਤੇ ਪਰ ਮਦਦ ਕਰਨ ਦਾ ਵਸੀਲਾ ਜਿਹੜਾ ਆ ਉਹ ਇੱਕੋ ਹੀ ਬਣਨਾ ਆ, ਗੁਰੂ। ਤੇ ਗੁਰੂ ਉਹੀ ਬਣਨਾ ਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਿਆ ਹੋਊਗਾ, ਜਿਹੜਾ ਜੋੜ ਅਕਾਲ ਪੁਰਖ ਵਾਹਿਗੁਰੂ ਨਾਲ ਹੋਊਗੀ, ਜਿਹਦੀਆਂ ਤਾਰਾਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀਆਂ ਹੋਣਗੀਆਂ। ਤੇ ਕਲਯੁੱਗ ਦੇ ਵਿੱਚ ਇੱਕੋ ਹੀ ਇੱਕ ਗੁਰੂ ਆ, ਸ਼ਬਦ ਗੁਰੂ, ਜਿਹਦੀਆਂ ਤਾਰਾਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੀਆਂ ਆ ਤੇ ਅਕਾਲ ਪੁਰਖ ਵਾਹਿਗੁਰੂ ਨਾਲ ਜੋੜੀਆਂ, ਜਿਹਦਾ ਟਰਾਂਸਫਾਰਮਰ ਇੱਥੇ ਸਾਡੇ ਕੋਲ ਲੱਗਾ ਆ। ਅਸੀਂ ਸੰਗਤ ਵਿੱਚ ਆਵਾਂਗੇ, ਸੰਗਤ ਵਿੱਚ ਬੈਠਾਂਗੇ, ਆਪਣੇ ਆਪ ਨੂੰ ਗੁਰੂ ਦੇ ਮੋਹਰੇ ਅਰਪਣ ਕਰਾਂਗੇ। ਇਹ ਨਹੀਂ ਵੀ ਸੰਗਤ ਵਿੱਚ ਆ ਕੇ ਉੱਥੇ ਵੀ ਹਉਮੈ ਤੇ ਮੈਂ ਕਿਸੇ ਨਾ ਕਿਸੇ ਤਰੀਕੇ ਦੀ ਚੱਲਦੀ ਰਹੇ, ਤਾਂ ਵੀ ਕਿਸੇ ਨੇ ਬਾਂਹ ਨਹੀਂ ਫੜਨੀ, ਜਦ ਤੱਕ ਅਸੀਂ ਆਪਣੇ ਆਪ ਨੂੰ ਉੱਥੇ ਸਮਰਪਿਤ ਨਹੀਂ ਕਰਦੇ। ਜਦੋਂ ਅਸੀਂ ਸਮਰਪਿਤ ਕਰ ਦੇਵਾਂਗੇ ਤੇ ਸਾਨੂੰ ਕੋਈ ਵੀ ਲੰਮੀਆਂ ਚੌੜੀਆਂ ਅਰਦਾਸਾਂ ਕਰਨ ਦੀ ਲੋੜ ਨਹੀਂ ਪੈਂਦੀ। ਬਿਨ ਬੋਲੇ ਸਭ ਕੁਛ ਜਾਣਦਾ, ਉਹ ਬਿਨਾਂ ਬੋਲਿਆਂ ਤੋਂ, ਜਿੱਦਾਂ ਬਚਪਨ ਦੇ ਵਿੱਚ ਸਾਡੇ ਮਾਂ ਪਿਓ ਜਿਹੜੇ ਆ ਉਹ ਸਾਡੇ ਬਗੈਰ ਕਿਸੇ ਬੋਲੇ ਤੋਂ ਸਮਝ ਜਾਂਦੇ ਪਏ, ਇਹਨੂੰ ਭੁੱਖ ਲੱਗੀ ਆ, ਇਹਨੂੰ ਬੁਖਾਰ ਆਇਆ, ਇਹਦਾ ਢਿੱਡ ਦੁਖਦਾ, ਇਹਨੂੰ ਆਹ ਪ੍ਰੋਬਲਮ ਆ, ਉਹ ਸਮਝ ਜਾਂਦੇ ਮਾਂ ਪਿਓ। ਇਸੇ ਤਰੀਕੇ ਨਾਲ ਅਕਾਲ ਪੁਰਖ ਵਾਹਿਗੁਰੂ ਜਿਹੜਾ ਆ ਦਿਨ ਤੇ ਰਾਤ ਦੇ ਰੂਪ ਵਿੱਚ ਸਾਡੀ ਪਰਵਰਿਸ਼ ਕਰ ਰਿਹਾ, ਸਾਡਾ ਖੇਡ ਤਮਾਸ਼ਾ ਜਿਹੜਾ ਦੇਖ ਰਿਹਾ, ਤੇ ਉਹਨੂੰ ਸਾਡੇ ਚੰਗੇ ਮਾੜੇ ਦਾ ਪਤਾ, ਸਾਡੀ ਮਦਦ ਕਰੂਗਾ, ਸਾਡੇ ਹਰ ਦੁੱਖ ਸੁੱਖ ਦੇ ਵਿੱਚ ਸਾਡੀ ਸਹਾਈ ਕਰੂਗਾ। ਇਹ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕਦੇ ਆ, ਤਾਂ ਹੀ ਹੋ ਸਕਦੇ ਜੇ ਅਸੀਂ ਉਹਦੇ ਗੁਣ ਗਾਵਾਂਗੇ, ਸ਼ਬਦ ਗੁਰੂ ਦੇ ਲੜ ਲੱਗਣ। ਤਾਂ ਆਪਾਂ 1 ਮਿੰਟ ਵਾਸਤੇ ਸਿਮਰਨ ਕਰੀਏ ਸਾਰੇ ਜਾਣੇ। ਜਦੋਂ ਵੀ ਤੁਹਾਨੂੰ ਸਮਾਂ ਮਿਲੇ, ਤੁਰਦੇ ਫਿਰਦੇ ਬਹਿੰਦੇ ਉੱਠਦੇ, ਸਿਰਫ ਉਹਦੇ ਭਾਣੇ ਵਿੱਚ ਉਹਦਾ ਸਿਮਰਨ ਕਰੀ ਜਾਓ। ਤੇ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਕੋਲੋਂ ਜਾਂ ਸਾਡੇ ਕੋਲ ਹੋਰ ਕੁਛ ਮੰਗਦਾ ਨਹੀਂ, ਸਾਡੇ ਕੋਲ ਹੈ ਵੀ ਕੁਛ ਨਹੀਂ, ਮੇਰਾ ਮੁਝ ਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ ਦੇ ਵੀ ਕੁਛ ਨਹੀਂ ਸਕਦੇ। ਪਰ ਇੰਨਾ ਤਾਂ ਕਹਿ ਸਕਦੇ, ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।